अस्सलाम वालेकुम। मेरा नाम अब्दुल करीम गिल। मैं ਤੁਹਾਡਾ ਭਰਾ ਪੰਜਾਬ ਤੋਂ ਤੇ ਪੰਜਾਬ ਜਦੋਂ ਧਰਤੀ ਹੈ ਪੰਜਾਬ ਪੰਜਾਬੀਆਂ ਦੀ। ਪੰਜਾਬੀ ਤੋਂ ਮੁਰਾਦ ਉਹ ਨਹੀਂ ਜਿਹੜੇ ਪੰਜਾਬੀ ਬੋਲਦੇ ਆ ਜਾਂ ਸਿਰਫ ਜੱਟ ਨੇ, ਬਲਕਿ ਪੰਜਾਬ ਤੋਂ ਮੁਰਾਦ ਇਸ ਮਾਂ ਧਰਤੀ ਉੱਤੇ ਰਹਿਣ ਵਾਲਾ ਹਰ ਉਹ ਬੰਦਾ, ਹਰ ਉਹ ਮਜ਼ਹਬ, ਹਰ ਉਹ ਫਿੱਕੇ ਦਾ ਲੋਕ, ਹਰ ਉਹ ਸਾਰੇ ਪੰਜਾਬੀ ਨੇ, ਕਿਉਂਕਿ ਇਹ ਪੰਜਾਬ ਪੰਜਾਬੀਆਂ ਦੇ ਨਾਮ ਤੋਂ ਆ। ਇਹਦਾ ਮਤਲਬ ਜਿੱਦਾਂ ਹਿੰਦੁਸਤਾਨ ਜਿਹੜਾ ਆ ਉਹਦੇ ਵਿੱਚ ਮੁਸਲਮਾਨ ਵੀ ਆ ਸਾਰੇ ਆ ਤੇ ਹਿੰਦੁਸਤਾਨ ਕਹਿਲਾਇਆ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਹਿੰਦੂਆਂ ਦਾ ਇਹ ਮੁਲਕ ਆ ਜਾਂ ਹਿੰਦੂਆਂ ਦੇ ਨਾਂ ਤੇ ਹੀ ਬੋਲਿਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਡੇ ਸਿੱਖ ਭਰਾ, ਸਾਡੇ ਪੰਜਾਬੀ ਨੇ, ਸਾਡੇ ਹਿੰਦੂ ਨੇ, ਸਾਡੇ ਸਾਈ ਨੇ, ਸਾਡੇ ਬਲੋਚੀ ਨੇ, ਸਾਡੇ ਸਿੰਧੀ ਨੇ ਤੇ ਸਾਡੇ ਪਠਾਨ ਭਰਾ ਨੇ, ਸਾਡੇ ਕਸ਼ਮੀਰ ਦੇ ਭਰਾ ਨੇ। ਇਹਨਾਂ ਸਾਰਿਆਂ ਵਾਸਤੇ ਅਸੀਂ ਅੱਜ ਕਰੋਨਾ ਵਾਇਰਸ ਤੇ ਗੱਲ ਕਰਨ ਵਾਸਤੇ ਆਏ ਹਾਂ। ਜਿੱਦਾਂ ਕਿ ਮੈਂ ਤੁਹਾਨੂੰ ਦੱਸਦਾ ਚਾਹਾਂ, ਮੇਰਾ ਪ੍ਰੋਫੈਸ਼ਨ ਬਾਇਓਟੈਕਨੋਲੋਜੀ 'ਚ ਮੈਂ ਐਮਫਿਲ ਕੀਤਾ ਆ ਔਰ ਮੈਂ ਇਸ ਵਾਇਰਸ ਨੂੰ ਆਪਣੀ ਅਕਲ ਜਾਂ ਆਪਣੇ ਇਲਮ ਦੇ ਹਿਸਾਬ ਨਾਲ ਜਿੱਥੇ ਤੱਕ ਸਮਝਦਾ ਹਾਂ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਜਿੱਦਾਂ ਕਿ ਸਾਡੇ ਨਾਲ ਦੂਸਰਾ ਪਾਰਟਿਸਿਪੈਂਟ ਹੈਗਾ ਹੈ। ਮੇਰਾ ਨਾਮ ਹੈ ਵਿਕਾਸ ਸ਼ਫਕਤ ਕਾਲੋਂ ਔਰ ਚूंकि मैं एक क्रिटिकल एनालिस्ट हाँ ਤੇ ਮੈਂ ਅਗਰ ਕ੍ਰਿਟੀਕਲੀ ਇਹਨੂੰ ਵੇਖਾਂ ਤੇ ਮੈਂ ਸੋਚ ਰਿਹਾ ਕਿ ਇਸ ਟਾਈਮ ਦੁਨੀਆ ਦੇ 210 ਮੁਲਕਾਂ 'ਚ ਕਰੋਨਾ ਫੈਲ ਚੁੱਕਿਆ ਹੈ ਔਰ ਦੁਨੀਆ ਦੇ ਜਿਹੜੇ 210 ਮੁਲਕ ਨੇ ਉਹ ਹੁਣ ਸੋਚ ਰਹੇ ਨੇ ਕਿ ਕਿਵੇਂ ਇੱਥੇ ਓਵਰਕਮ ਕੀਤਾ ਜਾਏ, ਇਹਨੂੰ ਕਿਵੇਂ ਕਾਬੂ ਕੀਤਾ ਜਾਏ। ਤੇ ਹੁਣ ਤੁਹਾਡੇ ਸਾਹਮਣੇ ਗਿੱਲ ਸਾਹਿਬ ਨੂੰ ਮੈਂ ਪੁੱਛਾਂਗਾ ਕਿ ਜਨਾਬ ਇਹ ਕਰੋਨਾ ਵਾਇਰਸ ਬੇਸਿਕਲੀ ਹੁੰਦਾ ਕੀ ਹੈ, ਚੀਜ਼ ਕੀ ਹੈ, ਕਿਸ ਬਲਾ ਦਾ ਨਾਂ ਹੈ? ਕਰੋਨਾ ਵਾਇਰਸ ਜਿੱਦਾਂ ਕਿ ਸਾਨੂੰ ਤਰੀਕਾਂ ਦੇ ਵਿੱਚ ਪੱਤਰ ਅਗਰ ਖੋਲੇ ਜਾਣ ਤੇ ਪਹਿਲੇ ਵੀ ਵਬਾਵਾਂ ਆਉਂਦੀਆਂ ਸੀ। ਜਦ ਕਦੀ ਚੀਚਕ ਆ ਗਈ, ਕਦੀ ਜਦੋਂ ਪਾਕਿਸਤਾਨ ਬਣਿਆ ਵਿਕਾਸ ਉਦੋਂ ਵੀ ਇੱਕ ਵਬਾ ਫੈਲੀ ਸੀ ਜਿਹਦੇ ਵਿੱਚ ਲੋਕਾਂ ਨੂੰ ਪੇਚਸ ਲੱਗਦੇ ਸੀ ਔਰ 2-3 ਕੈਮਾਂ ਆਉਣ ਤੋਂ ਬਾਅਦ ਡੈਥ ਹੋ ਜਾਂਦੀ ਸੀ। ਕਿਉਂਕਿ ਉਦੋਂ ਸਾਇੰਸ ਇੰਨੀ ਜ਼ਿਆਦਾ ਐਡਵਾਂਸ ਨਹੀਂ ਸੀ, ਪਤਾ ਨਹੀਂ ਸੀ ਹੁੰਦਾ ਕਿ ਇਹਦਾ ਮੌਜਬ ਕੀ ਬਣਿਆ। ਕਰੋਨਾ ਵਾਇਰਸ ਚਾਈਨਾ ਤੋਂ ਜਿੱਦਾਂ ਫੈਲਿਆ ਸਾਨੂੰ ਵੀ ਸਾਰਿਆਂ ਨੂੰ ਪਤਾ। ਵੁਹਾਨ ਸਿਟੀ ਦੇ ਵਿੱਚ ਇੱਕ ਗੋਸ਼ਤ ਦੀ ਮਾਰਕੀਟ ਆ, ਜਿੱਦਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੀ ਹੈ, ਫੈਲਿਆ ਉੱਥੋਂ। ਉਹ ਫੈਲਣ ਤੋਂ ਬਾਅਦ ਉੱਥੋਂ ਫਿਰ ਜਿਨ੍ਹਾਂ ਲੋਕਾਂ ਨੇ ਟਰੈਵਲ ਕੀਤਾ, ਇਹ ਵਾਇਰਸ ਬੜਾ ਖਤਰਨਾਕ ਬੜੀ, ਮੈਂ ਇਹ ਕਹੂੰਗਾ ਕਿ ਜਿਵੇਂ ਕਹਿੰਦੇ ਕਿ ਇਹ ਉਹ ਕੁੱਤਾ ਆ ਜਿਹੜਾ ਆਪਣੇ ਮਾਲਕ ਨੂੰ ਵੀ ਵੜ ਲੈਂਦਾ। ਇਹਦੇ ਵਿੱਚ ਕੋਈ ਪਛਾਣ ਨਹੀਂ ਕਿ ਆਪਣਾ ਕਿਹੜਾ ਗੈਰ ਕਿਹੜਾ ਹੈ। ਇਹ ਜਦੋਂ ਫੈਲਦਾ ਆ ਇਹ ਬੰਦਿਆਂ ਥਰੂ ਫੈਲਿਆ। ਮੁੜ ਕੇ ਉਹਨਾਂ ਵੁਹਾਨ ਸਿਟੀ ਚੋਂ ਲੋਕੀ ਜਿੱਦਾਂ ਉੱਠੇ ਨੇ ਉਹ ਦੂਸਰੇ, ਕਿਉਂਕਿ ਚਾਈਨਾ ਇਸ ਟਾਈਮ ਇੱਕ ਪੂਰੀ ਦੁਨੀਆ ਦਾ ਹੱਬ ਬਣ ਚੁੱਕਿਆ ਹੈ। ਕੋਈ ਬਿਜ਼ਨਸ ਕਰਨ ਜਾਂਦਾ, ਕੋਈ ਬਿਜ਼ਨਸ ਕਰਨ ਜਾਂਦਾ, ਕੋਈ ਸ਼ਾਵਾਂ ਖਰੀਦੋ ਵੇਚਣ ਜਾਂਦਾ, ਖਰੀਦੋ ਫਰੋਖਤ ਕਰਨ ਜਾਂਦਾ। ਉਹ ਜਿਹੜੇ ਲੋਕ ਆਪਣੇ ਆਪਣੇ ਮੁਲਕਾਂ 'ਚ ਗਏ, ਉਹਨਾਂ ਨੇ ਜਾ ਕੇ ਜਦੋਂ ਆਪਣੇ ਮੁਲਕਾਂ 'ਚ ਨਾਰਮਲ ਲਾਈਫ ਕੱਢੀ ਤਾਂ ਵਾਇਰਸ ਉਹਨਾਂ ਦੇ ਨਾਲ ਸੀ, ਕੋਈ ਨੋਟਾਂ ਦੇ ਨਾਲ ਆ ਗਿਆ, ਕੋਈ ਉਹਨਾਂ ਦੇ ਜਿਸਮ ਨੂੰ ਲੱਗ ਗਿਆ, ਉਹ ਵਾਇਰਸ ਫਿਰ ਫੈਲਿਆ। ਇਹ ਵਾਇਰਸ ਬੰਦੇ ਤੋਂ ਬੰਦੇ ਫੈਲਦਾ ਔਰ ਸਾਨੂੰ ਇhtiyat ਕਰਨੀ ਚਾਹੀਦੀ। ਜਿੱਦਾਂ ਨੋਟ ਗੇਮ ਦੇ ਮਿੱਤਰੋ ਥੁੱਕ ਦਾ ਇਸਤੇਮਾਲ ਕਰਦੇ ਤੋਂ ਅਗਲਾ ਵਰਕਾ ਥੋਲਦੇ ਆ, ਯਾਨੀ ਕਿ ਥੁੱਕ ਦੇ ਵਿੱਚ ਤੋਂ ਮੁਰਾਦ ਇੱਕ ਥੁੱਕ ਦੇ ਵਿੱਚ ਜਿਹੜਾ ਸਾਡਾ ਥੁੱਕ 'ਚ ਸਲਾਈਵਾ ਹੁੰਦਾ ਹੈ ਉਹਦੇ ਵਿੱਚ ਵੀ ਵਾਇਰਸ ਹੁੰਦਾ। ਉਹ ਵਾਇਰਸ ਅਗਰ ਅਸੀਂ ਬਿਮਾਰੀ ਆ ਸਾਨੂੰ ਲੱਗੀ ਤਾਂ ਥੁੱਕ ਦੇ ਨਾਲ ਅਸੀਂ ਨੋਟ ਨੂੰ ਵੀ ਲਾ ਸਕਦੇ। ਅੱਛਾ ਗਿੱਲ ਸਾਹਿਬ, ਮੈਂ ਤੁਹਾਨੂੰ ਇੱਥੇ ਟੋਕਾਂਗਾ ਥੋੜਾ ਜਿਹਾ। ਜਿਵੇਂ ਕਿ ਤੁਸੀਂ ਕਿਹਾ ਕਿ ਮੈਂ ਮਾਈਕਰੋਬਾਇਓਲੋਜਿਸਟ ਹਾਂ, ਤੁਸੀਂ ਸਾਡੇ ਭਰਾ ਜਿਹੜੇ ਡਾਕਟਰ ਭਰਾ ਜਿੰਨੇ ਹੋ, ਤੁਸੀਂ ਦੱਸ ਸਕਦੇ ਹੋ ਕਿ ਆਇਆ ਇਹਦਾ ਕੋਈ ਗਰਮੀ ਦੇ ਨਾਲ ਤਾਲਕ ਵੀ ਹੈ ਕਿ ਜਿਹੜਾ ਸ਼ੁਰੂ 'ਚ WHO ਨੇ ਕਿਹਾ ਜੀ ਇਹ ਗਰਮੀ ਆਏਗੀ ਤਾਂ ਖਤਮ ਹੋ ਜਾਏਗਾ, ਐਸਾ ਕੁਝ ਹੈ ਜਾਂ ਇਹਦੇ ਵਿੱਚ ਕੋਈ ਕਨਸਪੀਰੇਸੀ ਥਿਊਰੀਜ਼ ਕੰਮ ਕਰ ਰਹੀਆਂ ਨੇ? ਹਜੇ ਤੱਕ ਇਹਦੇ ਤੇ ਕੋਈ ਕਹਿ ਲਓ ਕਿ ਬੜੇ ਕੋਈ ਕੰਕਰੀਟ ਐਵੀਡੈਂਸ ਨਹੀਂ ਹੈਗੇ ਨੇ ਕਿ, ਲੇਕਿਨ ਅਗਰ ਦੇਖਿਆ ਜਾਵੇ ਕਿ ਸਾਡੇ ਜਿਹੜੇ ਗਰਮ ਮਰਤੂਬ ਇਲਾਕੇ ਆ ਜਿਹਦੇ ਵਿੱਚ ਮੈਂ ਇੰਡੀਆ ਪਾਕਿਸਤਾਨ ਦੇ ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਤੇ ਅਗਰ ਆ ਜਾਓ, ਇਹਨਾਂ ਲੋਕਾਂ ਦੇ ਵਿੱਚ ਬਹੁਤ ਘੱਟ ਰੇਸ਼ੋ। ਜਿੱਦਾਂ ਕਿ ਸਾਡਾ ਪਿੰਡ ਆਟੋਮੈਟਿਕ ਸਿੰਘ ਦੇ ਨਾਲ, ਮੈਂ ਪਿੰਡ ਕੋਈ 2-3 ਹਫ਼ਤੇ ਰਹਿ ਕੇ ਵਾਪਸ ਦੁਬਾਰਾ ਇਸਲਾਮਾਬਾਦ ਆਇਆ। ਸਾਡੇ ਕੋਈ ਮੈਂ ਆਪਣੇ ਯੂਨੀਅਨ ਕਾਉਂਸਲ 'ਚ ਅਗਰ ਦੇਖ ਲਓ ਕਿ ਇਹਨਾਂ ਜ਼ਿਲ੍ਹੇ ਟੋਬੇ 'ਚ ਵੇਖ ਲਓ, ਮੈਂ ਕੋਈ ਵੀ ਬੰਦਾ ਨਹੀਂ ਸੁਣਿਆ ਅੱਜ ਤੱਕ ਕਿ ਕਿਸੇ ਨੂੰ ਕਰੋਨਾ ਲੱਗ ਗਿਆ। ਉਹਦੀ ਵਜ੍ਹਾ ਇਹ ਆ ਸਾਡੇ ਜਿਹੜੇ ਜ਼ਿਮੀਂਦਾਰ ਤਬਕਾ ਹੈ, ਜੈਸਾ ਕਿ ਸਾਨੂੰ ਪਤਾ ਕਿ ਸਾਡੇ ਪੁਰਾਣੇ ਬਾਬੇ ਫਲੇ ਹੱਕਦੇ ਹੁੰਦੇ ਸੀ, ਵਾਢੀਆਂ ਕਰਦੇ ਹੁੰਦੇ ਸੀ, ਉਹਦੇ ਨਾਲ ਉਹ ਮਸ਼ੱਕਤੀ ਕੰਮ ਹੁੰਦਾ ਸੀ, ਨਾਲ ਦੇਸੀ ਖੁਰਾਕਾਂ ਖਾਣੀਆਂ ਉਹਨਾਂ ਨੇ। ਵੈਸੇ ਗਿੱਲ ਸਾਹਿਬ ਤੁਹਾਨੂੰ ਟੋਕ ਰਹੇ ਆ, ਕਿੱਥੇ ਦੇਸੀ ਖੁਰਾਕਾਂ ਤੇ ਕਿੱਥੇ ਹੁਣ ਸਰ ਇਹੀ ਵਜ੍ਹਾ ਹੈ। ਇਹ ਸਾਨੂੰ ਦੇਸੀ ਖੁਰਾਕਾਂ ਜਦੋਂ ਖਾਣੇ ਸੇ ਫਲੇ ਹੱਕਦੇ ਹੁੰਦੇ ਸੇ, ਮਰਬਿਆਂ ਨੇ ਖਾਲੇ ਕੱਢ ਛੱਡਣੇ, ਢੱਗਿਆਂ ਨਾਲ ਸਾਡੇ ਬਾਬਿਆਂ ਨੇ ਸੁਬਾਹ ਹਲ ਵਾਹ ਛੱਡਣੇ, ਸਾਰੀ ਦੁਪਹਿਰ ਉਹਨਾਂ ਨੇ ਉਹਦੇ ਵਿੱਚ ਵਾਢੀ ਕਰਨੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ। ਅੱਛਾ ਤੇ ਥੋੜਾ ਜਿਹਾ ਮੈਂ ਤੁਹਾਨੂੰ ਰੋਕਾਂਗਾ, ਜਿਹੜੀ ਫਿਰ ਮਾਈਆਂ ਭੈਣਾਂ ਪਿੱਛੇ ਰੋਟੀਆਂ ਲੈ ਕੇ ਜਾਂਦੀਆਂ ਸੀ, ਰੋਟੀ ਖਵਾਉਣ ਦਾ ਟ੍ਰੈਂਡ ਸੀ, ਹੁਣ ਉਹ ਚੀਜ਼ਾਂ ਨਹੀਂ ਆ ਰਹੀਆਂ। ਮੇਰੀ 30 ਸਾਲ ਉਮਰ ਆ ਕਿ ਮੈਂ ਸ਼ਾਇਦ ਆਪਣੀ ਆਪਣੇ ਜਿਹੜੇ ਪੰਜਾਬ ਦੇ ਵਿੱਚੋਂ ਆਪਣੇ ਪਿੰਡਾਂ ਚੋਂ ਪਹਿਲਾ ਆਖਰੀ ਬੰਦਾ ਹੀ ਹੋ ਸਕਦਾ ਜਿਹਨੇ ਇਹ ਚੀਜ਼ਾਂ ਥੋੜੀਆਂ ਜਿਹੀਆਂ ਜ਼ਿਹਨ 'ਚ ਦੇਖੀਆਂ ਆ। ਮੈਂ ਜੋ ਛੋਟਾ ਜਿਹਾ ਸੀਗਾ ਮੈਂ ਵੇਖਿਆ ਮਾਈਆਂ ਨੇ ਸੁਬਾਹ ਡੰਡੀ ਪੈ ਜਾਣਾ। ਅੱਛਾ ਗਿੱਲ ਸਾਹਿਬ, ਮੈਂ ਥੋੜਾ ਜਿਹਾ ਤੁਹਾਨੂੰ ਰੋਕਾਂਗਾ ਕਿਉਂਕਿ ਅਸੀਂ ਕਰੋਨਾ ਦੇ ਉੱਤੇ ਟੌਪਿਕ ਦੇ ਉੱਤੇ ਗੁਫ਼ਤਗੂ ਕਰ ਰਹੇ ਸੀ, ਥੋੜਾ ਜਿਹਾ ਨਿਕਲ ਗਏ। ਮੈਂ ਤੁਹਾਨੂੰ ਕੁਐਸਚਨ ਇੰਟਰਪਟ ਕਰ ਰਿਹਾ, ਤੁਹਾਨੂੰ ਪੁੱਛਣਾ ਚਾਹਾਂਗੇ ਪੰਜਾਬ ਦੇ ਵਿੱਚ ਇਤਨਾ ਨਹੀਂ ਫੈਲਿਆ, ਖਾਸ ਕਰ ਦਹੀ ਇਲਾਕਿਆਂ 'ਚ, ਇਹਦੀ ਕੀ ਵਜ੍ਹਾ ਹੈ ਕਿ ਉੱਥੇ ਦੇ ਲੋਕ ਜਿਹੜੇ ਨੇ ਸਡੋਲ ਨੇ,
ਤੰਦਰੁਸਤ ਨੇ, ਤਵਾਨਾ ਨੇ, ਕੀ ਵਜ੍ਹਾ ਇਹ ਵਜ੍ਹਾ ਹੋ ਸਕਦੀ ਹੈ ਉਹਨਾਂ ਦੀ ਵਰਕਿੰਗ? ਉਹਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਕਿਸਾਨ ਜਿਹੜਾ ਆ, ਕਿਸਾਨ ਦੀ ਅੱਜ ਵੀ ਮੁਸ਼ਕਲ ਇੰਨੀ ਘੱਟ ਨਹੀਂ ਹੈਗੀ। ਬਿਲਕੁਲ, ਬੇਸ਼ੱਕ ਉਹ ਟਰੈਕਟਰ ਤੇ ਹਲ ਪਾਉਂਦਾ ਆ, ਲੇਕਿਨ ਉਹ ਪਾਣੀ ਦੀ ਜਦੋਂ ਵਾਰੀ ਦਾ ਫੇਰਾ ਮਾਰਨ ਜਾਂਦਾ ਮੋਗਿਆਂ ਤੋਂ ਲਾ ਕੇ ਖੇਤਾਂ ਤੱਕ 10 ਕਿਲੋਮੀਟਰ ਤੇ ਚੱਲਦਾ, ਉਹ ਚੱਲਦਾ ਆ। ਉਹ ਜਦੋਂ ਵਾਹਣ ਦੇ ਵਿੱਚ ਫਿਰ ਕੇ ਦੇਖਦਾ ਕਿ ਉਹਦੀ ਫਸਲ ਉੱਗੀ ਕਿ ਨਹੀਂ ਉੱਗੀ, ਜਾਂ ਪੈਰਾਂ ਦੇ ਨਾਲ ਉਹ ਬਰੋਟੇ ਪਾਉਂਦਾ ਆ। ਹੁਣ ਸਾਡੇ ਕੋਲ ਇੰਨੀਆਂ ਮਸ਼ੀਨਾਂ ਤਾਂ ਨਹੀਂ ਆਈਆਂ ਕਿ ਅਸੀਂ ਬਿਜਾਈ ਜਿਹੜੀ ਆ ਉਹ ਵੀ ਮਸ਼ੀਨਾਂ ਤੇ ਕਰੀਏ, ਅਸੀਂ ਉਹ ਆਪ ਕਰਦੇ ਹਾਂ। ਕਪਾਹ ਦਾ ਛੱਟਾ ਡਰਿਲ ਨਾਲ ਉਹਨੂੰ ਘੇਰਨਾ, ਕਣਕ ਦਾ ਛੱਟਾ ਹੋ ਗਿਆ, ਸਾਡੀ ਜਿਹੜੀ ਖਾਦ ਦਾ ਛੱਟਾ ਹੋ ਗਿਆ, ਸਾਡੇ ਖੇਤਾਂ ਦਾ, ਇਹ ਸਾਰੀ ਮੁਸ਼ਕਲ ਜਿਹੜੀ ਹੈ। ਮੈਂ ਤੁਹਾਨੂੰ ਥੋੜਾ ਜਿਹਾ ਸਾਇੰਸੀ ਲਿਹਾਜ਼ ਨਾਲ ਪੁੱਛਣਾ ਚਾਹਾਂਗਾ। ਕੁਝ ਲੋਕ ਸਾਡੇ ਦੋਸਤ ਯਾਰ ਕਹਿ ਰਹੇ ਨੇ ਕਿ ਜੀ ਇਹ ਲਸਣ ਜਿਹੜਾ ਹੈ ਉਹ ਬੜਾ ਕੁਵਤ ਮਦਾਫਤੀ ਨਿਜ਼ਾਮ ਨੂੰ ਉੱਪਰ ਕਰਦਾ ਹੈ, ਫਿਰ ਪਿਆਜ਼ ਹੈ। ਹੁਣ ਤੁਸੀਂ ਇਹ ਦੱਸਣਾ ਪਸੰਦ ਕਰੋਗੇ ਕਿ ਵਾਇਆ? ਯਾਰ ਜਿੱਥੇ ਤੱਕ ਮੇਰਾ ਆਪਣਾ ਹੈ ਨਾ ਕਿ ਮੈਨੂੰ ਲਸਣ ਔਰ ਪਿਆਜ਼ ਦੇ ਬਾਰੇ ਕੋਈ ਨਾ ਸਟਰੋਂਗ ਐਵੀਡੈਂਸ ਜਾਂ ਸਾਇੰਟਿਫਿਕ ਹੈ ਤਾਂ ਕੋਈ ਚੀਜ਼ਾਂ ਨਹੀਂ ਹੈਗੀਆਂ, ਲੇਕਿਨ ਇਹ ਪਤਾ ਕਿ ਜਿਹੜੇ ਲੋਕ ਗਰਮ ਮਰਤੂਬ ਇਲਾਕੇ 'ਚ ਰਹਿੰਦੇ ਆ ਨਾ, ਉਹਨਾਂ ਦਾ ਫਸਟ ਲਾਈਨ ਆਫ ਡਿਫੈਂਸ ਲਾਈਕ ਜਿੱਦਾਂ ਸਕਿਨ, ਸਾਡੀ ਜਿਹੜੀ ਗਰਦਨੀ ਪੂਰੀ ਸਕਿਨ ਜਾਂ ਕਾਲੀ ਸਕਿਨ, ਇਹ ਸਾਡੇ ਲਈ ਰਹਿਮਤ ਵੀ ਹੈ। ਅੱਛਾ, ਇਹ ਰਹਿਮਤ ਕਿ ਸਾਡਾ ਜਦੋਂ ਜਿਹੜੀ ਬਾਡੀ ਦੀ ਡਾਰਕਨੈਸ ਹੁੰਦੀ ਹੈ ਨਾ, ਜਿੱਦਾਂ ਕਿ ਤੁਹਾਡੀ ਜਿਹੜੀ ਆ ਜਿਹੜੀ ਮਲੀਨੋਫੋਰ ਪਿਗਮੈਂਟ ਹੁੰਦੇ ਨੇ ਉਹ ਤੁਹਾਡੀ ਸਕਿਨ 'ਚ ਬਹੁਤ ਜ਼ਿਆਦਾ ਆਉਂਦੇ ਨੇ, ਉਹਦੇ ਨਾਲ ਸਕਿਨ ਤੁਹਾਡੀ ਥਿਕ ਬਣ ਜਾਂਦੀ ਹੈ। ਜਿੱਦਾਂ ਕਿ ਤੁਸੀਂ ਦੇਖਿਆ ਜਾਏ ਅਫਰੀਕਾ ਦੇ ਲੋਕ ਜਿਹੜੇ ਨੇ ਉਹ ਕਾਲੇ ਹੁੰਦੇ ਨੇ, ਉਹਦੀ ਵਜ੍ਹਾ ਇਹ ਕਿ ਸੂਰਜ ਦੀ ਰੋਸ਼ਨੀ ਦਾ ਉਹਨਾਂ ਤੇ ਜ਼ਿਆਦਾ ਐਕਸਪੋਜ਼ਰ ਹੁੰਦਾ ਹੈ, ਔਰ ਉਹਦੀ ਵਜ੍ਹਾ ਨਾਲ ਅੱਲਾ ਨੇ ਉਹਨਾਂ ਦੇ ਅੰਦਰ ਇੱਕ ਕੁਵਤ ਮੁਤਾਬਕ ਦਾ ਸਿਸਟਮ ਬਣਾਇਆ ਕਿ ਉਹਨੇ ਸਕਿਨ ਏਡੀ ਮੋਟੀ ਬਣਾ ਛੜੀ ਕਿ ਸੂਰਜ ਦੀਆਂ ਜਿਹੜੀਆਂ ਅਲਟਰਾਵਾਇਲਟ ਰੇਜ਼ ਆ, ਮੁਖਤਲਿਫ ਜਿਹੜੀਆਂ ਛਾਵਾਂ ਉਹਨਾਂ ਦੇ ਜਿਸਮ ਤੇ ਜਾਂ ਉਹਨਾਂ ਦੇ ਅੰਦਰ ਜੀਨੋਮ ਜਾਂ DNA ਤੇ ਜਾਂ ਉਹਨਾਂ ਦੀ ਕਿਸੇ ਵੀ ਬਾਡੀ ਦੇ ਆਰਗਨ ਤੇ ਅਸਰ ਨਹੀਂ ਕਰਦਾ। ਇਹ ਚੀਜ਼ ਸਾਡੇ ਕਿਸਾਨ ਨੂੰ ਬਚਾ ਰਹੀ ਹੈ। ਲੇਕਿਨ ਮੇਰੇ ਕਿਸਾਨ ਅੱਛਾ ਤੁਸੀਂ ਪੁਆਇੰਟ ਚੁੱਕਿਆ। ਵੈਸੇ ਮੈਂ ਸੋਚ ਰਿਹਾ ਸੀ ਕਿ ਅਫਰੀਕਾ 'ਚ ਸ਼ਾਇਦ ਕੋਈ ਕੇਸ ਹਲੇ ਤੱਕ ਰਿਪੋਰਟ ਨਹੀਂ ਹੋਇਆ, ਲੇਕਿਨ ਮੇਰੇ ਦੇਨ 'ਚ ਆਇਆ ਕਿ ਸ਼ਾਇਦ ਉਹ ਗੁਰਬਤ ਦਾ ਸ਼ਿਕਾਰ ਲੋਕ ਨੇ, ਮਤਲਬ ਸਾਡੇ ਨਾਲ ਵੀ ਗਰੀਬ ਮੁਲਕ ਨੇ। ਕਰੋਨਾ ਦਾ ਮੈਂ ਤੁਹਾਨੂੰ ਦੱਸਿਆ ਨਾ, ਕਰੋਨਾ ਉਹ ਕੁੱਤਾ ਆ ਜਿਹੜਾ ਇਹ ਨਹੀਂ ਦੇਖਦਾ ਕਿ ਮੇਰਾ ਮਾਲਕ ਆ ਜਾਂ ਗਵਾਂਢੀ ਆ ਆਂਢ ਆ। ਇਹ ਕਰੋਨਾ ਤਾਂ ਉਹ ਕੁੱਤਾ ਕਿਸੇ ਦਾ ਆਪਣੇ ਮਾਲਕ ਜਾਂ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ, ਇਹ ਵੱਢ ਲੈਂਦਾ ਹੈ। ਇਹ ਅਮੀਰ ਗਰੀਬੀ ਨਾਲ ਕੋਈ ਤਾਲੁਕ ਨਹੀਂ, ਗਰੀਬੀ ਇਹਦੇ ਵਿੱਚ ਹੋਏ ਆ, ਲੇਕਿਨ ਸਭ ਤੋਂ ਵੱਡੀ ਵਜ੍ਹਾ ਹੀ ਇਹ ਨਹੀਂ। ਮੈਂ ਗਰੀਬੀ ਦਾ ਪੁਆਇੰਟ ਆਫ ਵਿਊ ਮੇਰਾ ਹੋਰ ਸੀ। ਮੈਂ ਕਹਿ ਰਿਹਾ ਸੀ ਕਿ ਸ਼ਾਇਦ ਉੱਥੇ ਇੰਨੇ ਟੈਸਟ ਨਹੀਂ ਹੋਏ ਜਿਹੜਾ ਪਤਾ ਨਹੀਂ ਲੱਗਿਆ। ਟੈਸਟ ਦੇਖੋ, ਟੈਸਟ ਵੀ ਅਗਰ ਟੈਸਟ ਨਹੀਂ ਹੋਏ ਤਾਂ ਲੇਕਿਨ ਸਿੰਪਟਮ ਵੀ ਤਾਂ ਨਹੀਂ ਨਾ ਸ਼ੋ ਹੋਏ ਨਾ। ਇਹ ਬੜਾ ਇੱਕ ਅਲਮੀਆ ਬਣ ਗਿਆ ਸੀ ਆਪਣੇ ਯੂਰਪ ਦੇ ਵਿੱਚ। ਇਹ ਹੋ ਗਿਆ ਕਿ ਯੂਰਪ ਦੇ ਵਿੱਚ ਲੋਕੀ ਜਿਹੜੇ ਆ ਉਹ ਏਸਿਮਟੋਮੈਟਿਕ, ਇਹ ਮਤਲਬ ਇਹ ਕਿ ਉਹਨਾਂ ਦੇ ਅੰਦਰ ਬਿਮਾਰੀ ਸੀਗੀ, ਵਾਇਰਸ ਹੈਗਾ ਸੀ, ਲੇਕਿਨ ਉਹ ਉਹਨਾਂ ਦੇ ਅਲਾਮਤਾਂ ਨਹੀਂ ਸ਼ੋ ਹੋਈਆਂ। ਜਦੋਂ ਅਲਾਮਤਾਂ ਨਹੀਂ ਸ਼ੋ ਹੋਈਆਂ ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਯਾਰ ਇਹਨਾਂ ਦੇ ਟੈਸਟ, ਉਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਕੁਵਤ ਮੁਦਾਫਤ। ਦੇਖੋ, ਇੱਕ ਤੁਹਾਡੇ ਘਰ ਚੋਰ ਵੜਦਾ ਆ, ਉਹ ਚੋਰ ਚੋਰੀ ਕਰਕੇ ਨਹੀਂ ਬਾਹਰ ਨਿਕਲਦਾ, ਇਹਦਾ ਮਤਲਬ ਇਹ ਹੈ ਕਿ ਜਿਹੜੇ ਬਾਹਰ ਉਹਦੇ ਸਾਥੀ ਸੋਚਣਗੇ ਕਿ ਯਾਰ ਅੰਦਰ ਲਿਆਣੇ ਖੜਿਆ ਫੜ ਲਿਆ, ਉਹ ਉਹਨਾਂ ਚਿਰ ਨਹੀਂ ਨਿਕਲੇਗਾ ਜਿੰਨਾ ਚਿਰ ਉਹਨਾਂ ਤੋਂ ਗ੍ਰਿਫਤ ਤੋਂ ਨਹੀਂ ਛੁੱਟੇਗਾ। ਇਸੇ ਤਰ੍ਹਾਂ ਸਾਡਾ ਇਮਿਊਨ ਸਿਸਟਮ ਆ, ਸਾਡਾ ਜਿਹੜਾ ਕੁਵਤ ਮੁਦਾਫਤ ਆ, ਜਿੰਨਾ ਚਿਰ ਉਹਦੇ ਖਿਲਾਫ ਲੜਦਾ ਰਹੇਗਾ ਉਹ ਨਹੀਂ ਉਹਨੂੰ ਆਪਣਾ ਸਿੰਪਟਮ ਸ਼ੋ ਕਰੇਗਾ। ਅੱਛਾ, ਇੱਕ ਛੋਟੀ ਜੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਡਾਕਟਰ ਤਾਹਰ ਸ਼ਮਸੀ ਸਾਹਿਬ ਜਿਹੜੇ ਮਾਸ਼ਾਅੱਲਾ ਨਵਾਜ਼ ਸ਼ਰੀਫ ਸਾਹਿਬ ਦੇ ਵੀ ਮਤਲਬ ਬੈਕ ਹੈਂਡ ਤੇ ਜਦੋਂ ਉਹਨਾਂ ਦਾ ਪਲਾਜ਼ਮਿਆਂ ਦੀ ਗੱਲਾਂ ਚੱਲ ਰਹੀਆਂ ਸੀ ਤੇ ਉਹ ਬੜੇ ਅੱਛੇ ਮਤਲਬ ਡਾਕਟਰ ਨੇ, ਮੈਂ ਉਹਨਾਂ ਦਾ ਨਾਮ ਸੁਣਿਆ, ਪੰਜਾਬ ਮਤਲਬ ਮੈਡੀਕਲ ਡਿਪਾਰਟਮੈਂਟ ਦੇ ਸਰਬਰਾਹ ਵੀ ਨੇ। ਉਹ ਕਹਿ ਰਹੇ ਸਨ ਉਸ ਦਿਨ ਕਿ ਐਂਟੀਬਾਡੀਜ਼ ਅਸੀਂ ਕੋਈ ਪ੍ਰੋਡਿਊਸ ਕਰ ਰਹੇ ਹਾਂ। ਉਹ ਮਾਮਲਾ ਠੱਪ ਹੋ ਗਿਆ, ਬਾਕੀ ਮਾਮਲਾ ਤਰ੍ਹਾਂ ਜਾਂ ਉਹਦਾ ਕੋਈ ਚੱਲ ਰਿਹਾ ਅੱਗੇ? ਦੇਖੋ, ਐਂਟੀਬਾਡੀਜ਼ ਇਹ ਹੈ ਨਾ ਕਿ ਜਦੋਂ ਕੋਈ ਬੰਦਾ ਵਾਇਰਸ ਲੱਗਦਾ, ਉਹ ਕੁਵਤ ਮੁਦਾਫਤ ਉਹਨੂੰ ਓਵਰਕਮ ਕਰਕੇ ਉਹਨੂੰ ਖਤਮ ਕਰ ਦਿੰਦੀ। ਕੁਵਤ ਮੁਦਾਫਤ ਦੇ ਡਿਫਰੈਂਟ ਸਟੈਪ ਆ, ਮੈਂ ਇੰਨੀ ਡਿਟੇਲ 'ਚ ਨਹੀਂ ਜਾਵਾਂਗਾ, ਲੇਕਿਨ ਇਹ ਕਿ ਉਹ ਦੇਖੋ ਇਸੇ ਤਰ੍ਹਾਂ ਹੀ ਆ ਕਿ ਜਿਵੇਂ ਸਾਡੇ ਪਿੰਡਾਂ ਥਾਵਾਂ 'ਚ ਸੂਰ ਆਉਂਦਾ ਹੁੰਦਾ ਸੀ, ਪਿਗ, ਠੀਕ, ਸੂਰ ਆਉਂਦਾ ਹੁੰਦਾ ਸੀ ਜਦੋਂ, ਤੇ ਉਹ ਆਮ ਕਾਰਤੂਸ ਦੇ ਨਾਲ ਮਰਦਾ ਨਹੀਂ ਸੀ ਹੁੰਦਾ। ਉਹਦੇ ਉਹ ਇੱਕ ਕਾਰਤੂਸ ਹੁੰਦਾ ਸੀ ਮੋਟੀਆਂ ਗੋਲੀਆਂ ਵਾਲਾ, ਮੇਰਾ ਖਿਆਲ ਉਹਨੂੰ LG ਦਾ ਕਾਰਤੂਸ ਨਾਲ ਮਰਦਾ ਹੁੰਦਾ ਸੀ। ਉਹ ਫੇਰ ਕੀ ਆ, ਤੁਸੀਂ ਮੈਂ ਮਿਸਾਲ ਦੇਣ ਦਾ ਮਕਸਦ, ਫਿਰ ਦੇਖੋ ਨਾਲ ਦੇ ਪਿੰਡ 'ਚ ਜਦੋਂ ਆਉਂਦਾ ਹੁੰਦਾ ਸੀ ਤਾਂ ਕਹਿੰਦੇ ਹੁੰਦੇ ਯਾਰ ਉਹ ਆਪਣੇ ਘਰ LG ਦਾ ਕਾਰਤੂਸ ਨਹੀਂ, ਸਾਡੇ ਪਿੰਡ ਸੂਰ ਆ ਗਿਆ। ਇਸੇ ਤਰ੍ਹਾਂ ਜਦੋਂ ਵਾਇਰਸ ਹੁੰਦਾ ਤੁਹਾਡੇ ਜਿਸਮ ਦੇ ਅੰਦਰ, ਤੁਹਾਡਾ ਜਿਸਮ ਅੰਦਰ ਖੁਦ ਇੱਕ ਕਾਰਤੂਸ ਬਣਾਉਂਦਾ ਹੈ ਉਸ ਵਾਇਰਸ ਨੂੰ ਮਾਰਨ ਵਾਸਤੇ, ਮਤਲਬ ਇੱਕ ਫੌਜ ਤਿਆਰ ਕਰਦਾ। ਉਹ ਜਦੋਂ ਫੌਜ ਤਿਆਰ ਕਰਦਾ ਖੂਨ ਦੇ ਅੰਦਰ, ਉਹ ਫਿਰਦੀ ਰਹਿੰਦੀ ਹੈ ਜਿੱਦਾਂ ਪੈਟਰੋਲਿੰਗ ਹੁੰਦੀ ਹੈ। ਤੁਸੀਂ ਕਦੀ ਐਨੀਮੇਟਡ ਵੀਡੀਓ ਦੇਖੋ ਨਾ ਤੇ ਤੁਸੀਂ ਹੈਰਾਨ ਹੋ ਜਾਓਗੇ ਜਿੱਦਾਂ ਦੀ ਤੁਹਾਡੀ ਫੌਜ ਦਾ ਨਿਜ਼ਾਮ, ਇਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਇੱਕ ਫੌਜ ਦਾ ਨਿਜ਼ਾਮ। ਉਹ ਜਿਹੜੀ ਫੌਜ ਜਦੋਂ ਅੰਦਰ ਫਿਰਦੀ ਰਹਿੰਦੀ ਆ, ਉਹ ਨਾ ਸਿਰਫ ਉਸ ਵਕਤ ਸਾਰਿਆਂ ਨੂੰ ਚੱਕ ਮਾਰਦੀ ਆ, ਬਲਕਿ ਉਸ ਤੋਂ ਬਾਅਦ ਆਉਣ ਵਾਲੇ ਵਕਤ 'ਚ ਵੀ ਉਹ ਇੱਕ ਰਿਜ਼ਰਵ ਫੋਰਸ ਵੀ ਰੱਖ ਲੈਂਦੀ। ਡਾਕਟਰ ਤਾਹਰ ਸ਼ਮਸੀ ਦਾ ਜਿਹੜਾ ਪੁਆਇੰਟ ਆ, ਉਹ ਬੇਸਿਕਲੀ ਉਹ ਜਿਹੜੀ ਰਿਜ਼ਰਵ ਫੋਰਸ ਆ ਉਹਨੂੰ ਲੈਣਾ, ਉਹਦੇ ਲੈ ਕੇ ਜਿੱਦਾਂ ਹੁਣ ਦੇਖੋ ਨਾ ਨਾਲ ਦੇ ਪਿੰਡ ਵਾਲੇ ਉਹਦੇ ਕਾਰਤੂਸ ਆਂਦਾ, ਬੰਦਾ ਸੂਰ ਮਾਰ ਦਿੱਤਾ, ਪਿੰਡ ਵਾਲਾ ਪੁੱਛਿਆ ਯਾਰ ਇਹ ਕਿਹੜਾ ਕਾਰਤੂਸ? ਉਹਨੂੰ ਕਿਹਾ LG। ਉਹਨੇ ਕਿਹਾ ਸਾਰੇ ਲਿਆ ਕੇ ਇੱਥੇ ਰੱਖ ਲਓ। ਠੀਕ ਹੈ, ਇਸੇ ਤਰ੍ਹਾਂ ਉਹ ਡਾਕਟਰ ਤਾਹਰ ਸ਼ਮਸੀ ਨੇ ਜਦੋਂ ਬਾਡੀ ਨੂੰ ਸਟੱਡੀ ਕਰੇਗਾ
ਜਿਹੜਾ ਮੇਰਾ ਆਪਣਾ ਜ਼ੇਨ ਦੇ ਮੁਤਾਬਕ ਉਹ ਸਟੱਡੀ ਕਰੇਗਾ, ਉਹ ਦੇਖੇਗਾ ਅੱਛਾ ਇਸ ਐਂਟੀਬਾਡੀ ਨੇ ਬੇਸਿਕਲੀ ਐਂਟੀਜਨ ਬਣਿਆ ਔਰ ਇਹਨੇ ਵਾਇਰਸ ਨੂੰ ਖਤਮ ਕੀਤਾ, ਉਹਨੇ ਕਿ ਇਹਨੂੰ ਕਵਰ ਕਰੋ, ਬਾਹਰ ਕੱਢੋ, ਐਕਸਟ੍ਰੈਕਟ ਕਰੋ, ਪਿਓਰ ਕਰੋ ਔਰ ਉਹਦੀ ਮਲਟੀਪਲ ਕਾਪੀਆਂ ਬਣਾ ਛੱਡੋ। ਅੱਛਾ, ਤੁਹਾਨੂੰ ਲੱਗ ਰਿਹਾ ਕਿ ਚਾਈਨਾ ਜਿਹੜਾ ਹੈ ਉਹਨੇ ਵੀ ਐਂਟੀਬਾਡੀਜ਼ ਤੇ ਕੰਮ ਕੀਤਾ ਜਾਂ ਕੋਈ ਵੈਕਸੀਨ ਬਣਾਈ ਉਹਨੇ? ਨਹੀਂ, ਚਾਈਨਾ ਦੇ ਬਾਰੇ ਕਿਹਾ ਜਾ ਰਿਹਾ ਕਿ ਚਾਈਨਾ ਨੇ ਬੇਸਿਕਲੀ ਪਲਾਜ਼ਮਾ ਬੇਸਡ ਟ੍ਰੀਟਮੈਂਟ ਹੀ ਕੀਤੀ ਹੈ ਔਰ ਜਿਹੜੀ ਹੈ ਤੱਕ ਰਿਪੋਰਟਡ ਤਾਂ ਨਹੀਂ ਹੈ ਕਿ ਕੋਈ ਸਟਰੋਂਗ ਐਵੀਡੈਂਸ, ਅਸੀਂ ਸਟਰੋਂਗ ਐਵੀਡੈਂਸ ਸਾਇੰਸ ਦੇ ਮੁਤਾਬਕ ਉਹਨੂੰ ਕਵਾਂਗੇ ਜਿਹੜਾ ਰਿਸਰਚ ਪੇਪਰ ਪਬਲਿਸ਼ ਹੋਵੇ ਜਾਂ ਕੋਈ ਅਥੈਂਟਿਕ ਵੱਡਾ ਅਦਾਰਾ ਇਸ ਚੀਜ਼ ਦਾ ਮੰਨੇ ਕਿ ਹਾਂ ਜੀ ਇੰਜ ਕਰ ਛੱਡਿਆ ਤੇ ਚਲੋ ਉਹਦੀ ਗੱਲ ਮੰਨਾਂਗੇ। ਨਾ ਤੇਰੀ ਗੱਲ ਕਾਲੋ ਸਾਹਿਬ ਨਾ ਮੇਰੀ ਗੱਲ, ਇਹਦੀ ਕੋਈ ਅਹਿਮੀਅਤ ਨਹੀਂ। ਇਸ ਤਾਂ ਸਿਰਫ ਇਹ ਸੁਣੀਆਂ ਸੁਣਾਈਆਂ ਗੱਲਾਂ, ਜਿਵੇਂ ਉਹ ਪਿੰਡਾਂ ਦੀਆਂ ਮਾਈਆਂ ਆਉਂਦੀਆਂ ਕਿ ਮੈਂ ਫਲਾਣੇ ਕੋ ਸੁਣਿਆ, ਮੈਂ ਫਲਾਣੇ ਕੋ ਸੁਣਿਆ। ਇਹ ਮੌਕਾ ਇਦਾਂ ਦਾ ਕਿ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹਨੂੰ ਛਾਪਦੇ ਫਿਰੇ, ਇਹ ਸੁਣੀਆਂ ਸੁਣਾਈਆਂ ਗੱਲਾਂ ਹੀ ਚੱਲ ਰਹੀਆਂ। ਠੀਕ ਹੈ ਗਿੱਲ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਮੇਰੀ ਜਿਹੜੀ ਹੈ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਇੱਕ ਰਿਕੁਐਸਟ, ਦੇਖੋ ਆਖਰੀ ਪੈਗਾਮ, ਸਾਡੇ ਜਿਹੜੇ ਪੰਜਾਬੀ ਭਰਾ ਨੇ, ਮੈਂ ਨੋਟ ਕੀਤਾ ਆਪਣੇ ਪਿੰਡ 'ਚ ਵੀ ਉਹਨੂੰ ਇੰਨਾ ਸੀਰੀਅਸ ਹੀ ਨਹੀਂ ਲੈ ਰਹੇ। ਬਿਲਕੁਲ, ਉਹਨੂੰ ਇਹ ਬਾਰ-ਬਾਰ ਕਹਿ ਰਹੇ ਕਿ ਨਹੀਂ ਜੀ ਇਹ ਕੋਈ ਨਹੀਂ ਜੀ ਹੈਗਾ, ਇਹ ਫਲਾਣੇ ਦੀ ਸਾਜ਼ਿਸ਼ ਹੈ, ਫਲਾਣੇ ਦੀ, ਕਿਸੇ ਦੀ ਸਾਜ਼ਿਸ਼ ਨਹੀਂ ਹੈਗੀ, ਹੋਵੇ ਵੀ ਤੇ ਕੋਈ ਮਸਲਾ ਨਹੀਂ, ਲੇਕਿਨ ਅਸੀਂ ਤੇ ਉਹਦੇ ਵਿੱਚੋਂ ਬਾਹਰ ਨਿਕਲਣਾ। ਲੇਕਿਨ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ, ਪੰਜਾਬ ਜਾਂ ਇਹ ਦੁਨੀਆ ਇਨਸਾਨਾਂ ਨਾਲ, ਅਗਰ ਅਸੀਂ ਇਨਸਾਨ ਰਵਾਂਗੇ ਇਹ ਦੁਨੀਆ ਤੇ ਫਿਰ ਪੰਜਾਬ ਰਹੂ ਸਾਡਾ, ਆਬਾਦ ਕਰਾਂਗੇ। ਇਸੇ ਤਰ੍ਹਾਂ ਸਾਡੇ ਪੰਜਾਬੀ ਭਰਾ ਇਹ ਖੇਤਾਂ ਨੂੰ ਅਸੀਂ ਜਦ ਤੱਕ ਵਾਵਾਂਗੇ ਨਹੀਂ, ਇਹਦੇ ਵਿੱਚੋਂ ਫਸਲ ਨਹੀਂ ਲਵਾਂਗੇ, ਇਹ ਵਾਉਣ ਵਾਸਤੇ ਬੰਦਾ ਚਾਹੀਦਾ। ਇਸ ਲਈ ਮੇਰੇ ਭਰਾਵੋ, ਅਗਰ ਤੁਹਾਨੂੰ ਨਿਛਾਂ ਆਉਣ, ਛਿੱਕਾਂ ਆਉਣ, ਤੁਹਾਨੂੰ ਨਜ਼ਲਾ ਹੋਵੇ, ਜ਼ੁਕਾਮ ਹੋਵੇ, ਇਹਦਾ ਮਤਲਬ ਇਹ ਨਹੀਂ ਤੁਹਾਨੂੰ ਕਰੋਨਾ ਹੋ ਗਿਆ, ਲੇਕਿਨ ਇਹਦਾ ਮਤਲਬ ਸਾਡੇ ਜੱਟ ਲੋਕ ਨਿਛ ਮਾਰਦੇ ਬੜੀ ਖੁੱਲੀ ਹੋ ਗਿਆ ਆਪ ਕਰਕੇ। ਨਹੀਂ, ਇਹ ਕੋਈ ਨਹੀਂ, ਇਹ ਅਸੀਂ ਜੱਟ ਹੁੰਨੇ, ਭਾਈ ਭਰਾਵੋ ਜੱਟ ਹੁੰਨੇ ਆ, ਮੈਂ ਵੀ ਜੱਟ ਆ, ਮੈਂ ਗਿੱਲ ਆ, ਲੇਕਿਨ ਮਤਲਬ ਇਹ ਆ ਕਿ ਸਾਨੂੰ ਕਿ ਤਰੀਕਾਕਾਰ ਲਾਈਕ ਨਿਛ ਆਈ ਹੱਥ ਰੱਖ ਛੱਡੋ, ਏਦਾਂ ਕਰ ਲਓ, ਕੋਈ ਰੁਮਾਲ ਕੱਪੜੇ ਦਾ ਟੁਕੜਾ ਜੇਬ 'ਚ ਰੱਖ ਛੱਡੋ, ਉਹਨਾਂ ਪੂੰਝ ਛੱਡੋ। ਆ ਦੁਨੀਆ ਤਦਬੀਰ ਦੀ ਹੈ। ਉਹਦੀ ਵਜ੍ਹਾ ਇਹ ਆ ਕਿ ਇਹ ਵਾਇਰਸ ਆ, ਜਦੋਂ ਨਿਛ ਮਾਰਦੇ ਆ ਉਹ ਪਾਣੀ ਜਿਹੜੇ ਕਤਰੇ ਵੱਡਾ ਸਾਡੇ ਜਿਹੜਾ ਨੱਕ ਦਾ ਸੀਣ ਨਿਕਲਦਾ ਉਹ ਤੇ ਡਿੱਗ ਪੈਂਦਾ, ਜਿਹੜਾ ਬਰੀਕ ਕਤਰੇ ਉਹ ਹਵਾ ਚਲੇ ਜਾਂਦੇ। ਹਵਾ ਜਦੋਂ ਉਹਨਾਂ ਨੂੰ ਕਤਰਿਆਂ ਤਾਂ ਉਹਦੇ ਵਿੱਚ ਵਾਇਰਸ ਹੁੰਦਾ ਹੈ, ਉਹ ਤੁਸੀਂ ਹੋ ਸਕਦਾ ਕਿ ਉਹ ਘੁੰਮਦਾ ਰਹੇ, ਜਿੱਦਾਂ ਅਸੀਂ ਅਕਸਰ ਰੂਈ ਉੜਦੀ ਹੋਵੇ ਦੇਖੀ, ਸਾਂਸ ਲੈਂਦੇ ਸਾਡੇ ਅੰਦਰ ਜਾਂਦੀ, ਉਹ ਅਸੀਂ ਸਾਂਸ ਜੋ ਲੈਂਦੇ ਹਾਂ, ਜੋ ਸਾਹ ਲੈਂਦੇ ਹਾਂ ਤਾਂ ਬਾਹਰ ਦੀ ਹਵਾ ਅਸੀਂ ਅੰਦਰ ਲੈਂਦੇ ਹਾਂ, ਉਹ ਪਾਣੀ ਦਾ ਕਤਰਾ ਸਾਡੇ ਅੰਦਰ ਜਾਏਗਾ, ਸਾਡੇ ਕਿਸੇ ਭਰਾ ਭੈਣ ਦੇ ਅੰਦਰ ਜਾਏਗਾ, ਬੱਚੇ ਦੇ ਅੰਦਰ ਜਾਏਗਾ, ਬੱਚੇ ਨੂੰ ਬਿਮਾਰ ਕਰੇਗਾ। ਠੀਕ ਹੈ, ਗੱਲ ਇਨਸਾਨੀਅਤ ਬਚਾਓ ਔਰ ਆਪਣੇ ਪੰਜਾਬ ਨੂੰ ਬਚਾਓ, ਇਹੀ ਸਾਡਾ ਆਖਰੀ ਮੈਸੇਜ। ਠੀਕ ਹੈ ਸੱਜਣੋ ਤੇ ਮਿੱਤਰੋ, ਮਿਲਦੇ ਰਹਾਂਗੇ ਇਨਸ਼ਾਅੱਲਾ। ਜੀ, ਮੈਂ ਤੇ ਮੇਰਾ ਯਾਰ ਤੁਹਾਨੂੰ ਇਨਸ਼ਾਅੱਲਾ ਕੋਈ ਕਿਸੇ ਵੀ ਟੌਪਿਕ ਦੇ ਉੱਤੇ ਤੁਹਾਡੀ ਰਹਿਨੁਮਾਈ ਕਰਦੇ ਰਹਾਂਗੇ।